ਸੱਤ ਪੋਹ ਦੀ ਸਵੇਰ ਹੋਈ। ਜੋ ਸੱਤ ਪੋਹ ਨੂੰ ਸਤਿਗੁਰੂ ਅੰਮ੍ਰਿਤ ਵੇਲੇ ਚੱਲਦੇ ਚੱਲਦੇ ਸਿੰਘਾਂ ਦੇ ਨਾਲ, ਪਰਿਵਾਰ ਦੇ ਨਾਲ ਸਰਸਾ ਨਦੀ ਤੇ ਪਹੁੰਚੇ। ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਸਤਿਗੁਰੂ ਸਰਸਾ ਦੇ ਨੇੜੇ ਪਹੁੰਚ ਗਏ। ਇਤਿਹਾਸ ਦੱਸਦਾ ਹੈ ਕਿ ਗੁਰੂ ਸਾਹਿਬ ਜੀ ਸਤਿਗੁਰਾਂ ਨੇ ਕਿਹਾ ਕਿ ਭਾਈ, ਸਾਰੇ ਸਿੰਘਾਂ ਨੂੰ ਰੋਕ ਕੇ ਬੜੇ ਪਿਆਰ ਨਾਲ ਕਿਹਾ ਕਿ ਅੰਮ੍ਰਿਤ ਵੇਲਾ ਹੋ ਗਿਆ ਹੈ। ਅੰਮ੍ਰਿਤ ਵੇਲੇ ਜੋ ਨਿਤਨੇਮ ਹੈ, ਨੇਮ ਹੈ, ਜੋ ਅੰਮ੍ਰਿਤ ਵੇਲੇ ਦਾ ਲਾਹਾ ਲੈ ਲਈਏ। ਆਸਾ ਦੀ ਵਾਰ ਦਾ ਦੀਵਾਨ ਹੋਇਆ। ਇਹ ਵੀ ਦੱਸਿਆ ਜਾਂਦਾ ਹੈ ਕਿ ਸਤਿਗੁਰਾਂ ਨੇ ਆਪ ਉੱਥੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਦੀਵਾਨ ਲੱਗਾ। ਪਿੱਛੋਂ ਜੋ ਮੁਗਲ ਫੌਜਾਂ, ਪਹਾੜੀ ਰਾਜਾਂ, 22 ਧਾਰ ਦੀਆਂ ਫੌਜਾਂ ਚੜ੍ਹਾਈ ਕਰਕੇ ਆ ਰਹੀਆਂ ਸਨ, ਕੁਝ ਸਿੰਘ ਉਹਨਾਂ ਨੂੰ ਰੋਕ ਰਹੇ ਸਨ ਔਰ ਸਤਿਗੁਰੂ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਹਨ। ਮਾਤਾ ਗੁਜਰ ਕੌਰ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵੱਲ ਵਾਰ-ਵਾਰ ਦੇਖ ਰਹੇ ਹਨ, ਜਿਵੇਂ ਉਹਨਾਂ ਨੂੰ ਪਤਾ ਸੀ ਕਿ ਅੱਜ ਤੋਂ ਬਾਅਦ ਇਹ ਸਰੀਰਕ ਤੌਰ ਤੇ ਇਹ ਚਿਹਰਾ ਕਦੀ ਵੀ ਨਹੀਂ ਵੇਖਣ ਨੂੰ ਮਿਲੇਗਾ। ਜੋ ਇੱਧਰ ਪਿੱਛੋਂ ਦੁਸ਼ਮਣਾਂ ਦੀਆਂ ਫੌਜਾਂ ਚੜ੍ਹਾਈ ਕਰਦੀਆਂ ਆਉਂਦੀਆਂ ਸਨ, ਚੜ੍ਹੀਆਂ ਆਉਂਦੀਆਂ ਸਨ। ਸਾਰੀ ਰਾਤ ਰਸਤੇ ਦੇ ਵਿੱਚ ਜੰਗ ਯੁੱਧ ਹੁੰਦਾ ਆਇਆ। ਜੋ ਅੱਜ ਨਦੀ ਪਾਰ ਕਰਨ ਦਾ ਸਮਾਂ ਸੀ, ਭਾਵ ਕਿ ਹੋਰ ਕੋਈ ਕਿਸੇ ਪਾਸੇ ਰਸਤਾ ਨਹੀਂ ਸੀ। ਇਸੇ ਤਰ੍ਹਾਂ ਹੀ ਜੋ ਨਦੀ ਪਾਰ ਕਰਨੀ, ਨਦੀ ਵੀ ਠਾਠਾਂ ਮਾਰਦੀ ਸੀ। ਨਦੀ ਦਾ ਪਾਣੀ ਵੀ ਬਹੁਤ ਉੱਪਰ ਚੜ੍ਹਿਆ ਹੋਇਆ ਸੀ ਕਿਉਂਕਿ ਬਾਰਿਸ਼ ਪੈ ਰਹੀ ਸੀ। ਬਾਰਿਸ਼ ਦੇ ਵਿੱਚ ਹੀ ਸਤਿਗੁਰੂ ਤੇ ਸਤਿਗੁਰਾਂ ਦਾ ਪਰਿਵਾਰ, ਵੱਡੇ ਛੋਟੇ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਤੇ ਸਿੰਘ ਜਾ ਰਹੇ ਸਨ। ਜੰਗ ਵੀ ਕਰਦੇ ਜਾਂਦੇ ਸਨ, ਯੁੱਧ ਕਰਦੇ ਜਾਂਦੇ ਸਨ। ਕਹਿੰਦੇ ਕਿ ਪਾਣੀ ਦਾ ਵਹਾਅ ਵੀ ਬਹੁਤ ਜ਼ਿਆਦਾ ਤੇਜ਼ ਹੋ ਗਿਆ। ਉਹ ਵੀ ਬਹੁਤ ਤੇਜ਼ੀ ਨਾਲ ਪਾਣੀ ਚੱਲ ਰਿਹਾ ਸੀ, ਪਰ ਪਿੱਛੇ ਦੁਸ਼ਮਣ ਲੱਗੇ ਹੋਏ ਸਨ। ਇੱਥੇ ਨਦੀ ਪਾਰ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਸੋ ਗੁਰੂ ਪਿਆਰਿਓ, ਜੋ ਸਤਿਗੁਰਾਂ ਦਾ ਪਰਿਵਾਰ ਸਰਸਾ ਨਦੀ ਤੇ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਔਰ ਜੋ ਕਦੇ ਵੀ ਦੁਬਾਰਾ ਇੱਕ ਹਿੱਸਾ ਨਹੀਂ ਬਣ ਸਕੇ। 3 ਹਿੱਸਿਆਂ ਦੇ ਵਿੱਚ ਵੱਖਰੇ ਵੱਖਰੇ ਹੋ ਗਏ, ਜੋ ਦੁਬਾਰੇ ਇੱਕ ਦੂਜੇ ਨੂੰ ਮਿਲ ਨਹੀਂ ਸਕੇ। ਔਰ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜੋ ਸਰਸਾ ਨਦੀ ਤੇ ਵਿਛੋੜਾ 7 ਪੋਹ ਨੂੰ 1704 ਦੇ ਵਿੱਚ ਵਿਛੋੜਾ ਪੈਂਦਾ ਹੈ। ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਇਹ ਇੱਕ ਪਾਸੇ ਹੋ ਤੁਰੇ, ਨਦੀ ਪਾਰ ਕੀਤੀ। ਕੱਪੜੇ ਭਿੱਜੇ ਹੋਏ, ਸੀਤ ਲਹਿਰ ਚੱਲਦੀ ਸੀ, ਠੱਕਾ ਚੱਲਦਾ ਸੀ। ਮਾਤਾ ਜੀ ਨਦੀ ਦੇ ਕਿਨਾਰੇ ਕਿਨਾਰੇ ਤੁਰੇ ਜਾਂਦੇ ਕਿ ਇਹਨਾਂ ਨੂੰ ਕਹਿੰਦੇ ਹਨ ਕਿ ਹਨੇਰਾ ਹੋ ਗਿਆ, ਦਿਨ ਛਿਪ ਗਿਆ, ਸੂਰਜ ਢਲ ਗਿਆ। ਜੋ ਪਰਿਵਾਰ ਵਿਛੋੜੇ ਅਸਥਾਨ ਤੋਂ ਸਤਲੁਜ ਦੇ ਲਾਗੇ
ਨਦੀ ਦੇ ਕਿਨਾਰੇ ਕੁੰਮਾ ਮਾਸ਼ਕੀ, ਜਿਸ ਨੂੰ ਕਰੀਮ ਬਖਸ਼ ਵੀ ਕਿਹਾ ਜਾਂਦਾ ਹੈ, ਜੋ ਉਸ ਦੀ ਇੱਕ ਛੋਟੀ ਜਿਹੀ ਛੰਨ ਬਣਾਈ ਹੋਈ ਸੀ, ਜਿਸ ਵਿੱਚ ਰਾਤ ਦੇ ਸਮੇਂ ਜੋ ਰੋਸ਼ਨੀ ਆ ਰਹੀ ਸੀ, ਦੀਵਾ ਜਗਦਾ ਸੀ। ਸੋ ਜੋ ਸਾਹਿਬਜ਼ਾਦਿਆਂ ਨੂੰ ਰੋਸ਼ਨੀ ਦਿਖਾਈ ਦਿੱਤੀ ਤੇ ਕਿਹਾ ਕਿ ਮਾਤਾ ਜੀ, ਇੱਧਰ ਕੋਈ ਵਸੋਂ ਹੈ, ਇੱਧਰ ਕੋਈ ਰਹਿ ਰਿਹਾ ਹੈ, ਕਿਉਂਕਿ ਸਾਹਮਣੇ ਰੋਸ਼ਨੀ ਦਿਸਦੀ ਹੈ। ਤਾਂ ਉਧਰ ਨੂੰ ਚੱਲ ਪਏ। ਜਾ ਕੇ ਰਾਤ ਨੂੰ ਹਨੇਰੇ ਹੋਏ ਉਸ ਛੰਨ ਦਾ ਦਰਵਾਜ਼ਾ ਖੜਕਾਇਆ, ਉਸ ਨੂੰ ਆਵਾਜ਼ ਦਿੱਤੀ ਕਿ ਭਾਈ ਦਰਵਾਜ਼ਾ ਖੋਲ, ਅਸੀਂ ਅੰਦਰ ਆਉਣਾ ਹੈ। ਤਾਂ ਪੁੱਛਿਆ ਕਿ ਕੌਣ ਹੈ? ਕਿਹਾ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਜਾਣਦੇ ਹੋ? ਮਾਤਾ ਜੀ ਨੇ ਕੁੰਮੇ ਮਾਸ਼ਕੀ ਨੂੰ ਪੁੱਛਿਆ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਜਾਣਦੇ ਹੋ, ਆਨੰਦਪੁਰ ਸਾਹਿਬ ਵਾਲੇ ਨੂੰ? ਉਸਨੇ ਕਿਹਾ ਜੀ ਹਾਂ, ਸੁਣਿਆ ਹੈ ਪਰ ਦਰਸ਼ਨ ਨਹੀਂ ਹੋਏ। ਉਹਨਾਂ ਦੀ ਵਡਿਆਈ ਬਹੁਤ ਸੁਣੀ ਹੈ ਕਿ ਉਹ ਗਰੀਬਾਂ ਦੇ ਰੱਖਿਆ ਕਹਾਣਾ ਔਰ ਸਹਾਇਤਾ ਕਰਨ ਯੋਗ ਜੋ ਹਨ ਗਰੀਬ, ਉਹਨਾਂ ਦੀ ਸਹਾਇਤਾ ਕਰਦੇ ਹਨ ਔਰ ਜ਼ੁਲਮ ਦੇ ਵਿਰੁੱਧ ਹਨ। ਬਹੁਤ ਵਡਿਆਈ ਸੁਣੀ ਹੈ ਪਰ ਦਰਸ਼ਨ ਨਹੀਂ ਕੀਤੇ। ਤਾਂ ਮਾਤਾ ਜੀ ਕਹਿਣ ਲੱਗੇ ਕਿ ਭਾਈ ਇਹ ਜੋ ਛੋਟੇ ਛੋਟੇ ਬਾਲ ਹਨ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਹਨ। ਮੈਂ ਉਹਨਾਂ ਦੀ ਮਾਤਾ ਹਾਂ। ਸਾਡੇ ਤੇ ਕੁਝ ਵਕਤ ਦੀ ਘੜੀ ਹੈ, ਅਸੀਂ ਤੁਹਾਡੀ ਛੰਨ ਦੇ ਵਿੱਚ ਰਾਤ ਕੱਟਣੀ ਹੈ। ਤਾਂ ਕੁੰਮੇ ਮਾਸ਼ਕੀ ਨੇ ਜੋ ਉਸ ਕੋਲ ਮੋਟੇ ਬਸਤਰ ਸਨ ਉਹਨਾਂ ਨੂੰ ਦਿੱਤੇ, ਅੱਗ ਬਾਲੀ ਕਿ ਮਾਤਾ ਜੀ ਤੁਸੀਂ ਬੱਚਿਆਂ ਨੂੰ ਲੈ ਕੇ ਇੱਥੇ ਬੈਠੋ, ਮੈਂ ਤੁਹਾਡੇ ਵਾਸਤੇ ਭੋਜਨ ਦਾ ਪ੍ਰਬੰਧ ਕਰਦਾ ਹਾਂ। ਜੋ ਇਤਿਹਾਸ ਦੱਸਦਾ ਹੈ ਕਿ ਕੁੰਮਾ ਮਾਸ਼ਕੀ ਨਾਲ ਦੇ ਪਿੰਡ ਗਏ, ਉੱਥੇ ਮਾਤਾ ਲక్ష్ਮੀ ਜੀ ਕੋਲੋਂ ਪ੍ਰਸ਼ਾਦਾ ਤਿਆਰ ਕਰਵਾ ਕੇ ਲਿਆਏ ਔਰ ਲਿਆ ਕੇ ਮਾਤਾ ਜੀ ਤੇ ਬੱਚਿਆਂ ਨੂੰ ਛਕਾਇਆ। ਇਸੇ ਤਰ੍ਹਾਂ ਰਾਤ ਗੁਜ਼ਰੀ। ਇੱਧਰ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਸਿੰਘਾਂ ਸਮੇਤ ਸਤਿਗੁਰੂ ਚੱਲਦੇ ਚੱਲਦੇ ਚਮਕੌਰ ਨੂੰ ਵੱਲ ਨੂੰ ਚੱਲ ਪਏ। ਰਸਤੇ ਵਿੱਚ ਜੋ ਜੰਗ ਯੁੱਧ ਕਰਦਿਆਂ ਸਤਿਗੁਰੂ ਜਦੋਂ ਆਨੰਦਪੁਰ ਸਾਹਿਬ ਤੋਂ ਚੱਲੇ ਸਨ ਤਾਂ ਇਤਿਹਾਸ ਦੱਸਦਾ ਕਿ 500-600 ਸਿੰਘਾਂ ਵਿੱਚੋਂ ਜੋ ਕਾਫਲਾ ਚੱਲਿਆ ਸੀ, ਜਿਨ੍ਹਾਂ ਵਿੱਚੋਂ ਜੰਗ ਯੁੱਧ ਕਰਦਿਆਂ ਜੋ ਕੁਝ ਰਸਤੇ ਦੇ ਵਿੱਚ ਸ਼ਹੀਦ ਹੋ ਗਏ, ਕੁਝ ਸਰਸਾ ਦੇ ਵਿਹਾਰ ਵਿੱਚ ਵੀ, ਪਾਣੀ ਵਿੱਚ ਵੀ ਜੋ ਰੁੜ ਗਏ ਹੋਣਗੇ, ਵਹਿ ਗਏ ਹੋਣਗੇ। ਆਖਰ ਗੁਰੂ ਗੋਬਿੰਦ ਸਿੰਘ 2 ਸਾਹਿਬਜ਼ਾਦੇ ਅਤੇ 40 ਸਿੰਘਾਂ ਦੇ ਸਮੇਤ ਸਤਿਗੁਰੂ ਸ਼ਾਮਾਂ ਦੇ ਵੇਲੇ ਚਮਕੌਰ ਵਿਖੇ ਜਾ ਕੇ ਜਦੋਂ ਪਹੁੰਚੇ ਤਾਂ ਜਾ ਕੇ ਸਤਿਗੁਰਾਂ ਨੇ ਇੱਕ ਸਿੱਖ ਨੂੰ ਭੇਜਿਆ ਕਿ ਬੁੱਧੀ ਚੰਦ ਨੂੰ ਲੈ ਕੇ ਆਓ, ਬੁੱਧੀ ਚੰਦ ਨੂੰ ਬੁਲਾ ਕੇ ਲਿਆਓ। ਇਹ 2 ਭਰਾ ਸਨ, ਬੁੱਧੀ ਚੰਦ ਰਾਵਤ ਤੇ ਗਰੀਬ ਚੰਦ ਰਾਵਤ। ਸਤਿਗੁਰੂ ਧਰਮ ਪ੍ਰਚਾਰ ਕਰਦੇ ਹੋਏ
ਇਤਿਹਾਸ ਦੱਸਦਾ ਹੈ ਕਿ ਹਰਿਦੁਆਰ ਕੁਰੂਕਸ਼ੇਤਰ ਤੋਂ ਆਉਂਦਿਆਂ ਆਨੰਦਪੁਰ ਸਾਹਿਬ ਨੂੰ ਆਉਂਦਿਆਂ ਰਸਤੇ ਵਿੱਚ ਜੋ ਇਹ ਪੈਂਦਾ ਹੈ ਚਮਕੌਰ ਸਾਹਿਬ, ਕਹਿੰਦੇ ਇੱਕ ਦੋ ਵਾਰੀ ਇੱਥੇ ਪਹਿਲਾਂ ਵੀ ਸਤਿਗੁਰੂ ਆ ਕੇ ਠਹਿਰੇ ਹੋਏ ਸਨ। ਸਤਿਗੁਰਾਂ ਨੂੰ ਪਤਾ ਸੀ ਆਉਣ ਵਾਲੇ ਸਮੇਂ ਦਾ ਕਿ ਸਾਨੂੰ ਇੱਥੇ ਫਿਰ ਵੀ ਆਉਣਾ ਪਵੇਗਾ। ਇਸ ਕਰਕੇ ਉਹਨਾਂ ਨੂੰ ਬੁੱਧੀ ਚੰਦ ਰਾਵਤ ਦਾ ਵੀ ਪਤਾ ਸੀ ਜੋ ਸਤਿਗੁਰਾਂ ਨੂੰ ਮੈਦਾਨੇ ਜੰਗ ਲਈ ਜੋ ਉਸ ਜਗ੍ਹਾ ਦਾ ਪਤਾ ਸੀ, ਇਸ ਕਰਕੇ ਉਹਨਾਂ ਨੇ ਜੰਗ ਲਈ ਚਮਕੌਰ ਦੀ ਗੜੀ ਨੂੰ ਹੀ ਚੁਣਿਆ। ਜਦੋਂ ਬੁੱਧੀ ਚੰਦ ਆਉਂਦਾ ਹੈ ਤਾਂ ਆ ਕੇ ਜਦੋਂ ਸਤਿਗੁਰਾਂ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ ਔਰ ਸਤਿਗੁਰੂ ਜੀ ਨੂੰ ਕਹਿਣ ਲੱਗੇ ਕਿ ਸਤਿਗੁਰੂ ਤੁਸੀਂ ਬਾਹਰ ਕਿਉਂ ਠਹਿਰ ਗਏ, ਮੇਰੇ ਘਰ ਚੱਲੋ, ਜਾ ਕੇ ਵਿਸ਼ਰਾਮ ਕਰੋ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਭਾਈ ਸਾਡੀ ਜੰਗ ਜੋ ਮੌਕੇ ਦੀ ਹਕੂਮਤ ਹੈ ਇਸ ਨਾਲ ਹੈ। ਹਮੇਸ਼ਾ ਸਤਿਗੁਰਾਂ ਨੇ ਜੰਗ ਦੀ ਚੋਣ ਆਪ ਕੀਤੀ ਹੈ, ਕਿਸੇ ਦੇ ਕਹਿਣ ਤੇ ਕੋਈ ਮੋਰਚਾ ਨਹੀਂ ਬਣਾਇਆ। ਤਾਂ ਇਸ ਕਰਕੇ ਗੁਰੂ ਜੀ ਨੇ ਬੁੱਧੀ ਚੰਦ ਨੂੰ ਕਿਹਾ ਕਿ ਭਾਈ ਇਹ ਬੁੱਧੀ ਚੰਦ ਸਾਡੀ ਜੰਗ ਮੌਕੇ ਦੀ ਹਕੂਮਤ ਫੌਜ ਨਾਲ ਹੋਣੀ ਹੈ। ਜੇ ਅਸੀਂ ਤੇਰੇ ਘਰ ਨੂੰ ਮੈਦਾਨੇ ਜੰਗ ਬਣਾ ਕੇ ਜੰਗ ਲੜਾਂਗੇ ਤਾਂ ਹਕੂਮਤ ਫੌਜ ਤੈਨੂੰ ਤੇ ਤੇਰੇ ਪਰਿਵਾਰ ਨੂੰ ਵੀ ਨਹੀਂ ਬਖਸ਼ੇਗੀ, ਉਹ ਤੁਹਾਨੂੰ ਹੀ ਨਹੀਂ ਛੱਡਣਗੇ, ਖਤਮ ਕਰ ਦੇਣਗੇ। ਇਸ ਕਰਕੇ ਜਿਹੜੀ ਪਿੰਡ ਦੇ ਬਾਹਰ ਤੋਂ ਜੋ ਤੇਰੀ ਹਵੇਲੀ ਹੈ ਤੂੰ ਉਹਦਾ ਦਰਵਾਜ਼ਾ ਖੋਲ੍ਹ ਦੇ, ਅਸੀਂ ਉੱਥੇ ਰਾਤ ਕੱਟਾਂਗੇ, ਸਵੇਰੇ ਜੋ ਹੋਵੇਗਾ ਕਰਤਾਰ ਦੇ ਭਾਣੇ ਵਿੱਚ ਉਹ ਵੇਖਿਆ ਜਾਵੇਗਾ। ਤਾਂ ਇਸੇ ਤਰ੍ਹਾਂ ਹੀ ਜੋ ਬੁੱਧੀ ਚੰਦ ਨੇ ਉਹ ਹਵੇਲੀ ਕਲਗੀਧਰ ਜੀ ਨੂੰ ਸੌਂਪ ਦਿੱਤੀ, ਤਾਂ ਸਤਿਗੁਰਾਂ ਤੇ ਸਿੰਘਾਂ ਨੇ ਸਾਹਿਬਜ਼ਾਦਿਆਂ ਸਮੇਤ ਗੜੀ ਵਿੱਚ ਪ੍ਰਵੇਸ਼ ਕੀਤਾ। ਉਸ ਹਵੇਲੀ ਦੀਆਂ ਉੱਚੀਆਂ ਉੱਚੀਆਂ ਕੰਧਾਂ ਸਨ। ਉਸ ਦੇ ਇੱਕ ਪਾਸੇ 2-3 ਮੰਜ਼ਲਾ ਕੱਚਾ ਕੋਠਾ ਸੀ ਜਿਸ ਨੂੰ ਮੌਂਟੀ ਵੀ ਕਿਹਾ ਜਾਂਦਾ ਸੀ। ਜਦੋਂ ਸਤਿਗੁਰੂ ਜੀ ਆਏ ਤਾਂ ਦਇਆ ਸਿੰਘ ਨੂੰ ਕਹਿਣ ਲੱਗੇ, हंस के कहने लगे कि जिस खित्ते में हम आना कहते थे वह वही है कि दया सिंह असी तुहाडे कोले कहंदे रहे हाँ कि किसी दिन आपां इह जी जगह ते चलांगे जिथे इतिहास रचिया जावेगा। कहते जिस खित्ते में हम आना कहते थे वह वही है, कल लुट के जहां से जाना वह वही है कि जिथे कल नूं युद्ध होवेगा और इत्थे अपना सब कोई निशावर कर देवांगे। जिस जगह पे बच्चों को कटाना यह वही है, इत्थे कल नूं साहिबजादे शहीदी प्राप्त करनगे। पर ਸਿੰਘਾਂ ਦੇ ਮਨ ਵਿੱਚ ਜ਼ਖਮੀ ਹੋਏ ਸ਼ੇਰ ਵਾਂਗਰਾ ਇੰਨਾ ਗੁੱਸਾ ਭਰਿਆ ਸੀ ਕਿ ਕਦੋਂ ਸਤਿਗੁਰੂ ਸਾਨੂੰ ਆਗਿਆ ਦੇਣ ਤੇ ਅਸੀਂ ਮੁਗਲ ਫੌਜਾਂ ਦੇ ਨਾਲ, ਪਹਾੜੀ ਫੌਜਾਂ ਦੇ ਨਾਲ ਟਾਕਰਾ ਕਰੀਏ। ਭਾਵੇਂ ਕਈ ਮਹੀਨਿਆਂ ਤੋਂ ਭੁੱਖੇ ਸੀ, ਰਾਤ ਦੇ ਥਕੀਵੇਂ ਦੇ ਠੰਡ ਦੇ ਭੰਨੇ ਹੋਏ ਸਨ। ਸਤਿਗੁਰਾਂ ਨੇ ਕਿਹਾ ਕਿ ਰਾਤ ਨੂੰ ਆਪਾਂ ਵਿਸ਼ਰਾਮ ਕਰੋ। ਸਤਿਗੁਰਾਂ ਨੇ ਆਪਣੇ ਕਮਰ ਕੱਸੇ ਵਿੱਚੋਂ ਕਹਿੰਦੇ ਹਨ ਕਿ ਖੰਜਰ ਕੱਢਿਆ
ਤੇ ਗੜੀ ਵਿੱਚੋਂ ਛੋਟੀ ਜਿਹੀ ਜੋ ਮਿੱਟੀ ਦੀ ਢੇਰੀ ਸੀ ਉਸ ਨੂੰ ਖੋਦ ਕੇ ਹੱਥ ਤੇ ਰੱਖ ਕੇ ਫੂਕ ਨਾਲ ਉਡਾ ਦਿੱਤੀ। ਜਦ ਭਾਈ ਦਇਆ ਸਿੰਘ ਨੇ ਪੁੱਛਿਆ ਕਿ ਸਤਿਗੁਰੂ ਕੀ ਕੌਤਕ ਹੈ, ਤਾਂ ਸਤਿਗੁਰੂ ਜੀ ਹੱਸ ਕੇ ਕਹਿਣ ਲੱਗੇ ਕਿ ਦਇਆ ਸਿੰਘਾ, ਮੈਂ ਤੈਥੋਂ ਕੁਝ ਵੀ ਨਹੀਂ ਛੁਪਾਇਆ, ਕੁਝ ਵੀ ਲੁਕੋ ਕੇ ਨਹੀਂ ਰੱਖਿਆ। ਮੈਂ ਇਸ ਕੱਚੀ ਚਾਰ ਦੀਵਾਰੀ ਨੂੰ ਸਜਦਾ ਕੀਤਾ ਹੈ, ਕਿਉਂਕਿ ਇੱਥੇ ਉਹ ਇਤਿਹਾਸ ਰਚਿਆ ਜਾਣਾ ਹੈ ਜੋ ਦੁਨੀਆ ਵਿੱਚ ਜਿਸ ਦਾ ਸਾਨੀ ਕੋਈ ਨਹੀਂ ਹੋਵੇਗਾ। ਜੋਗੀ ਅੱਲਾ ਯਾਰ ਖਾਂ ਲਿਖਦਾ ਹੈ कि बस एक हिंद में तीर्थ है यात्रा के लिए, कि बस जे समझिए तो एक ही हिंद दे विच भारत दे विच तीर्थ है जिथे असी यात्रा करके उत्थों बहुत कुछ सीख सकते हाँ। असी उत्थों के इतिहास बारे जानू हो सकते हाँ। जेकर उत्थों की यात्रा हो जाए तो उत्थे जाके उहदी जानकारी लईए ਤਾਂ ਪਤਾ ਲੱਗਦਾ ਹੈ ਕਿ ਇੱਥੇ ਕੀ ਹੋਇਆ, ਕਿਸ ਲਈ ਹੋਇਆ, ਕਿਸ ਦੇ ਕਾਰਨ ਹੋਇਆ। ਉੱਥੇ ਜੋ ਇਤਿਹਾਸ ਰਚਿਆ ਗਿਆ ਉਹ ਸਾਡੇ ਲਈ ਹੋਇਆ, ਸਤਿਗੁਰਾਂ ਨੇ ਆਪਣੇ ਸਿੱਖਾਂ ਲਈ ਕੀਤਾ, ਜ਼ੁਲਮ ਨੂੰ ਠੱਲ ਪਾਉਣ ਲਈ ਕੀਤਾ, ਮਜ਼ਲੂਮਾਂ ਦੀ ਰੱਖਿਆ ਲਈ ਕੀਤਾ, ਆਪਣੇ ਬੱਚੇ ਪਰਿਵਾਰ ਵਾਰਿਆ ਉਹਨਾਂ ਨੇ, ਗਰੀਬਾਂ ਦੀ ਮਜ਼ਲੂਮਾਂ ਦੀ ਰੱਖਿਆ ਲਈ ਕੀਤਾ ਹੈ। योगी अल्लाह यार का लिखता है कि बस एक हिंद में तीर्थ है यात्रा के लिए फरिश्ते भी तरसते हैं, जिसकी खाक पा के लिए, जिसकी धूड़ लैण लई देवते भी तरसते हैं। ਸਿੰਘਾਂ ਦੇ ਕੱਪੜੇ ਭਿੱਜੇ ਹੋਏ, युद्ध सफर दे थके होए, सतगुरां ने बचन किया कि भाई राम करो। ਸਿੰਘਾਂ ने घोड़ियां दीयां काठियां तो जो कपड़े पाए हुए सन लाए ते जमीन ते विछा के जो पै गए। ਤਿੰਨ ਸਿੰਘ ਪਹਿਰਾ देन लगे, भाई धर्म सिंह, दया सिंह, आलम सिंह, ये तेगा फड़ के जो पहरा देंदे हन। दो सिंह गेट ते खड़े हन, भाई मदन सिंह, भाई काठा सिंह। गुरु गोबिंद सिंह जी खेमे भाव के एक पासे जो गुरु जी कच्चा कोठा जो बनया सी उस विच जा बैठे, जो थले ही उन्होंने आसन ला लिया। तो भाई दया सिंह भाई काठा सिंह नूं कहन लगे कि पातशाह धरती के उत्ते ही बैठे हैं, क्यों ना होवे कि आपां इन्हां नूं आसन बना के दे दईए। उन्होंने कुछ अपने घोड़े दी काठियां तो कपड़े लाए, अपने कमर कस्से खोले, एक छोटा जिहा गदैला रूप आसन बना के दिता। तो सतगुरु जी कुछ क समा बैठे, जो बाहर पहरा दे रहे सिंह जो नींदरे और थकेवे दे नाल हंगला रहे सन, झूल रहे सन, झूले लै रहे सन। तो गुरु जी ने सोचा कि अज खालसा पंथ इन्नी ठंड दे विच बिना गर्म कपड़ियां तो रजाइयां गदेलियां तो जमीन ते सुत्ता पिया है, और मोटे कपड़ा कोले कोई नहीं लैण वास्ते ना विछाउण वास्ते। फिर सतगुरां नूं उत्थे नींद काहदी आउणी सी, जो जी दा प्यारा खालसा ठंड दे विच जमीन ते
ਬਿਨਾਂ ਕੱਪੜਿਆਂ ਤੋਂ ਪਿਆ ਹੋਵੇ। ਔਰ ਸਤਿਗੁਰੂ ਉੱਠ ਕੇ ਉਹਨਾਂ ਸਿੰਘਾਂ ਕੋਲ ਗਏ ਜੋ ਪਹਿਰਾ ਦੇ ਰਹੇ ਸਨ। ਕਿਹਾ ਕਿ ਤੁਸੀਂ ਆਰਾਮ ਕਰ ਲਓ, ਕੱਲ ਪਤਾ ਨਹੀਂ ਕਿਸ ਨੂੰ ਨੀਂਦ ਦਾ ਸਮਾਂ ਮਿਲਣਾ ਹੈ ਕਿ ਨਹੀਂ ਮਿਲਣਾ। ਸਾਰੇ ਸਿੰਘਾਂ ਨੂੰ ਸਤਿਗੁਰਾਂ ਨੇ ਆਰਾਮ ਕਰਨ ਵਾਸਤੇ ਆਗਿਆ ਦੇ ਦਿੱਤੀ। ਆਪ ਪਹਿਰਾ ਦੇਣ ਲੱਗੇ ਔਰ ਹੌਲੀ ਹੌਲੀ ਜੋ ਚੱਲਦੇ ਹਨ ਕਿ ਪੈਰਾਂ ਦਾ ਖੜਕਾ ਸੁਣ ਕੇ ਕਿਤੇ ਸਿੰਘ ਉੱਠ ਨਾ ਖੜਨ। ਇਸੇ ਤਰ੍ਹਾਂ ਹੀ ਪਹਿਰਾ ਦਿੰਦਿਆਂ ਗੇੜੇ ਕੱਢਦਿਆਂ ਜਦੋਂ ਸਿੰਘਾਂ ਵੱਲ ਸਤਿਗੁਰਾਂ ਦਾ ਧਿਆਨ ਗਿਆ, ਸਿੰਘਾਂ ਦੀਆਂ ਇੰਨੀ ਨੀਂਦਰ ਆਈ ਕਿ ਕੇਸਕੀਆਂ ਵੀ ਢਿੱਲੀਆਂ ਹੋ ਗਈਆਂ। ਕਿਸੇ ਦੇ ਕੇਸ ਖੁੱਲੇ, ਸਤਿਗੁਰੂ ਉਹਨਾਂ ਦੀਆਂ ਜੋ ਕੇਸਕੀਆਂ ਕੱਸ ਕੇ ਬੰਨ੍ਹਦੇ ਹਨ, ਕੇਸ ਬੰਨੇ। ਸਤਿਗੁਰਾਂ ਨੇ ਸਿੰਘਾਂ ਦੇ ਹੱਥ ਫੜ ਕੇ ਇਹਨਾਂ ਹੱਥਾਂ ਨੂੰ ਚੁੰਮਿਆ। ਕਿਹਾ ਕਿ ਇਹਨਾਂ ਹੱਥਾਂ ਦੇ ਨਾਲ ਪਤਾ ਨਹੀਂ ਕਿੰਨੀ ਕੁ ਤੇਗ ਚਲਾਈ ਹੋਵੇਗੀ। ਜੋ ਹੱਥਾਂ ਦੇ ਵਿੱਚ ਜ਼ਖਮ ਬਣੇ ਪਏ ਸਨ। ਔਰ ਸਤਿਗੁਰੂ ਜੀ ਨੇ ਉਹਨਾਂ ਸਿੰਘਾਂ ਦੇ ਹੱਥ ਚੁੰਮੇ, ਮੁੱਖ ਸਾਫ਼ ਕੀਤੇ ਔਰ ਮੁੱਖ ਚੁੰਮੇ। ਸਤਿਗੁਰੂ ਨੇ ਜਦੋਂ ਉਹਨਾਂ ਦੇ ਪੈਰਾਂ ਵੱਲ ਧਿਆਨ ਮਾਰਿਆ ਤਾਂ ਕੰਡਿਆਂ ਦੇ ਜ਼ਖਮ ਵੇਖੇ, ਜੋ ਕੰਡਿਆਂ ਨੇ ਜ਼ਖਮ ਕੀਤੇ ਪਏ ਸਨ। ਇੱਥੋਂ ਤੱਕ ਵੀ ਇਤਿਹਾਸ ਦੱਸਦਾ ਹੈ ਕਿ ਸਤਿਗੁਰਾਂ ਨੇ ਉਹਨਾਂ ਦੇ ਪੈਰ ਵੀ ਆਪ ਸਾਫ਼ ਕੀਤੇ। ਅਤੇ ਜੁਝਾਰ ਸਿੰਘ, ਬਾਬਾ ਅਜੀਤ ਸਿੰਘ, ਇਹਨਾਂ ਦੇ ਮੁੱਖ ਸਾਫ਼ ਕੀਤੇ, ਮੁੱਖ ਚੁੰਮੇ। ਤੇ ਸਤਿਗੁਰੂ ਦੇਖਦੇ ਹਨ ਕਿ ਇਹਨਾਂ ਨੇ ਕੱਲ੍ਹ ਨੂੰ ਜੋ ਜੰਗ ਦੇ ਵਿੱਚ ਜਾਣਾ ਹੈ, ਕੱਲ੍ਹ ਨੂੰ ਇਹਨਾਂ ਨੇ ਜੋ ਜੰਗ ਦੇ ਵਿੱਚ ਸ਼ਹੀਦੀ ਪਾਉਣੀ ਹੈ, ਵਾਰ-ਵਾਰ ਉਹਨਾਂ ਵੱਲ ਦੇਖ ਰਹੇ ਹਨ। ਉਹਨਾਂ ਸਿੰਘਾਂ ਵੱਲ ਦੇਖ ਰਹੇ ਹਨ ਜਿਨ੍ਹਾਂ ਨੇ ਕੱਲ੍ਹ ਨੂੰ ਪਤਾ ਨਹੀਂ ਕਿਹਨੇ ਉੱਥੇ ਸ਼ਹੀਦੀ ਪਾ ਦੇਣੀ, ਪਤਾ ਨਹੀਂ ਕਿਸੇ ਨੂੰ ਦੁਬਾਰੇ ਨੀਂਦ ਲੈਣ ਦਾ ਸਮਾਂ ਮਿਲਣਾ ਜਾਂ ਨਹੀਂ ਮਿਲਣਾ। ਸੋ ਇਸੇ ਤਰ੍ਹਾਂ ਹੀ ਜੋ ਸਤਿਗੁਰਾਂ ਨੇ ਔਰ 40 ਸਿੰਘਾਂ ਸਮੇਤ ਔਰ ਛੋਟੇ ਸਾਹਿਬਜ਼ਾਦੇ ਜੋ ਮਾਤਾ ਗੁਜਰੀ ਜੀ ਦੇ ਨਾਲ ਕੁੰਮੇ ਮਾਸ਼ਕੀ ਦੇ ਛੰਨ ਦੇ ਵਿੱਚ ਰਾਤ ਕੱਟੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ 40 ਸਿੰਘਾਂ ਸਮੇਤ ਚਮਕੌਰ ਦੀ ਗੜ੍ਹੀ ਦੇ ਵਿੱਚ 7 ਪੋਹ ਦੀ ਰਾਤ ਕੱਟੀ। ਔਰ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਭਾਈ ਮਣੀ ਸਿੰਘ ਜੀ ਦੇ ਨਾਲ ਜੋ ਰੋਪੜ ਵਾਲੇ ਪਾਸੇ ਨੂੰ ਇਤਿਹਾਸ ਦੱਸਦਾ ਹੈ ਕਿ ਚਲੇ ਗਏ। ਇਸੇ ਤਰ੍ਹਾਂ ਕਰਕੇ ਸਤਿਗੁਰੂ ਦਾ ਜੋ ਪਰਿਵਾਰ ਸਰਸਾ ਨਦੀ ਤੇ 7 ਪੋਹ ਦੀ ਸਵੇਰ ਨੂੰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਜੋ ਦੁਬਾਰੇ ਕਦੇ ਫਿਰ ਮੁੜ ਕੇ ਇਕੱਠਾ ਨਹੀਂ ਹੋਇਆ। ਸੋ ਪਿਆਰੋ, ਇਹ ਸੀ 7 ਪੋਹ ਦੀ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਰਿਵਾਰ ਦਾ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਦੇ ਸੰਬੰਧ ਵਿੱਚ ਜੋ ਆਪਾਂ ਕੁਝ ਕੁ ਵਿਚਾਰ ਕੀਤੀ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਨੂੰ ਸਤਿਗੁਰੂ ਤੇ ਸਤਿਗੁਰੂ ਕੀ ਸੰਗਤ ਬਖਸ਼ਣਯੋਗ ਹੁੰਦੀ ਬਖਸ਼ ਲੈਣਾ। ਅੱਗੇ ਵਾਸਤੇ ਸਤਿਗੁਰੂ ਸਮਤ ਬਖਸ਼ਣ। ਇਸੇ ਤਰ੍ਹਾਂ ਹੀ ਆਪਾਂ ਜਿੰਨਾ ਵੀ ਹੋ ਸਕਦਾ ਹੈ ਇਤਿਹਾਸ ਸਤਿਗੁਰਾਂ ਦੇ ਬਾਰੇ ਵਿਚਾਰ ਦੀ ਸਾਂਝ ਪਾਇਆ ਕਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।